ਸਤਨਾਮ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭ ਦਾਤਾ ਦਾਤਾਰ, ਪ੍ਰਭ ਦਾਤਾ ਦਾਤਾਰ, ਪਰਿਓ ਜਾਤ ਕਿਤ ਸਰਣਾ, ਮਿਲੈ ਦਾਨ ਸੰਤ ਨੇ, ਜਿਹ ਲਗ ਭਵ ਜਲ ਤਰਣਾ, ਬਿਨਤ ਕਰੋ ਅਰਦਾਸ, ਸੁਨੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ, ਭਗਤੇ ਹੋ ਮਨ ਠਹਿਰਾਵੇ, ਭਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ, ਹਉ ਬਾਰਿਕ ਤੇਰਾ ਰਾਮਈਆ, ਹਉ ਬਾਰਿਕ ਤੇਰਾ ਰਾਮਈਆ। ਹਉ ਬਾਰਿਕ ਤੇਰਾ ਰਾਮਈਆ, ਹਉ ਬਾਰਿਕ ਤੇਰਾ ਰਾਮਈਆ। ਰਾਮਈਆ ਹਉ ਬਾਰਿਕ ਤੇਰਾ, ਰਾਮਈਆ ਹਉ ਬਾਰਿਕ ਤੇਰਾ, ਰਾਮਈਆ ਹਉ ਬਾਰਿਕ ਤੇਰਾ, ਰਾਮਈਆ ਹਉ ਬਾਰਿਕ ਤੇਰਾ। ਹਉ ਬਾਰਿਕ ਤੇਰਾ ਰਾਮਈਆ, ਹਉ ਬਾਰਿਕ ਤੇਰਾ ਰਾਮਈਆ। ਸੁਤ ਪ੍ਰਾਨ ਕਰਤ ਹੈ ਜੀਤੇ, ਜਨਨੀ ਚੀਤ ਨ ਰਾਖਸ ਦੇਤੇ, ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡ ਸਿਆਵ ਗੁਣ ਮੇਰਾ, ਜੇ ਅਤ ਪ੍ਰੋਪ ਕਰੇ ਕਰ ਧਾਇਆ, ਆਪੀ ਚੀਤ ਨ ਰਾਖਸ ਮਾਇਆ, ਚਿੰਤ ਭਵਨ ਮਨ ਭਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ, ਦੇ ਬੇਮਲ ਮਤ ਸਦਾ ਸਰੀਰਾ, ਸਹਜ ਸਹਜ ਗੁਣ ਰਵੈ ਕਬੀਰਾ, ਪਿਆਰੇ ਜੀ
ਅਵਗੁਣ ਪੁੱਤਰਾ काफी समय तो आप सतगुरां दे सचखंड दरबार दी हाजरियां भर रहे हो। हुण तक आपने गुरबाणी दे कीर्तन और गुरबाणी गुरमत दी विचारां दा आनंद माणिया है। रहते समय में भी सफला बनाने की कोशिश करो। अपने ख्यालों को बाहर जाने तो रोको। खुद नूं शब्द और विचार दे सन्मुख करो। तां जो आप रहते समय तो भी पूरा पूरा लाभ प्राप्त कर सकिए। साध संग दुनिया का हर कोई इंसान सुख चाहता है। किसी के मन की यह इच्छा नहीं होती कि मैं अपनी जिंदगी में भटकता रहा। हर कोई अपनी जिंदगी के ठहराव चाहता है। हर कोई शांति की तलाश में है। पर सुख का सोमा जिस दी दस सानू साहिब गुरु अर्जन देव जी महाराज पा रहे हैं। पाई दे
ਸੁਖ ਸਾਧ ਸੰਗ ਪਾਇਆ। ਸੁਖ ਦਾ ਸੋਮਾ ਤੇ ਇਹੋ ਹੀ ਹੈ ਜਿੱਥੇ ਆਪਾਂ ਬੈਠੇ ਹਾਂ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ, ਸਾਧ ਜਨਾਂ ਕੈ ਸੰਗ ਬਸਤ, ਸੁਖ ਸਹਿਜ ਵਿਸਰਾਮ। ਇੱਥੇ ਆ ਕੇ ਸੁਖ ਵੀ ਮਿਲਦਾ ਹੈ, ਇੱਥੇ ਆ ਕੇ ਸਹਿਜ ਵੀ ਪ੍ਰਾਪਤ ਹੁੰਦਾ ਹੈ, ਔਰ ਇੱਥੇ ਆ ਕੇ ਮਨ ਵੀ ਟਿਕਾਓ ਵਿੱਚ ਆ ਜਾਂਦਾ ਹੈ। ਹੋਰ ਭਟਕਣਾ ਖਤਮ ਹੋ ਜਾਂਦੀਆਂ ਨੇ। ਸ਼ਰਮ ਥਾਕਾ ਪਾਏ ਵਿਸਰਾਮਾ, ਮਿਟ ਗਈ ਸਗਲੀ ਧਾਈ। ਇਥੋਂ ਜੀਵਨ ਮਿਲਦਾ ਹੈ। ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨ ਆਈ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ, ਸਾਧ ਸੰਗਤ ਦੇ ਵਿੱਚ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸਾਧ ਜਨਾਂ ਕੈ ਸੰਗ ਬਸਤ, ਸੁਖ ਸਹਿਜ ਵਿਸਰਾਮ, ਸਾਈ ਘੜੀ ਸੁਲੱਖਣੀ ਸਿਮਰਤ ਹਰਿ ਨਾਮ। ਉਹ ਸਮਾਂ ਸੁਹਾਵਣਾ ਹੈ, ਉਹ ਸਮਾਂ ਸਫਲਾ ਹੈ, ਜਿਹੜਾ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਬਤੀਤ ਹੁੰਦਾ। ਸਿਮਰਨ ਨਾਮ ਯਾਦ ਕਰਨ ਦਾ ਹੈ। ਜਿਹੜਾ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਆ, ਉਸ ਦੀ ਬੰਦਗੀ ਦੇ ਵਿੱਚ ਬਤੀਤ ਹੁੰਦਾ ਹੈ, ਉਹ ਹੀ ਸਮਾਂ ਸੁਹਾਵਣਾ ਹੈ, ਉਹ ਹੀ ਸਮਾਂ ਸਫਲਾ ਹੈ। ਖੁਸ਼ ਹਸ ਤੁਮਰ ਕੇ ਦਰ ਯਾਦੇ ਵੀ ਗੁਜ਼ਰਦ, ਵਰਨਾ ਚੇ ਹਾਸਲ ਅਸਤਰ ਦੀ ਗੁੰਬਦੇ ਕਬੂਦ ਮਰਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪੈਰੋਕਾਰਾਂ ਦੇ ਉੱਪਰ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਜੋ ਉਹਨਾਂ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਾਧ ਸੰਗਤ ਦੀ ਪਰੰਪਰਾ ਪ੍ਰਚਲਿਤ ਕੀਤੀ। ਵੈਸੇ ਤੇ ਜਦੋਂ ਆਪਾਂ ਪੌਰਾਣਿਕ ਇਤਿਹਾਸ ਵੀ ਪੜ੍ਹਦੇ ਹਾਂ, ਇਹ ਗੁਰਮੁਖਾਂ ਦਾ ਸਾਧ ਸੰਗਤ ਦਾ ਮੇਲ ਇਹ ਤੇ ਆਰ ਤੋਂ ਹੀ ਬਣਿਆ ਆ ਰਿਹਾ ਹੈ। ਸਾਧ ਸੰਗਤ ਕਿਸੇ ਬਹੁਤ ਵੱਡੇ ਹਜੂਮ ਨੂੰ ਨਹੀਂ ਕਿਹਾ ਗਿਆ ਵੀ ਲੱਖਾਂ ਬੰਦੇ ਇਕੱਠੇ ਹੋਣ, ਉਸੇ ਦਾ ਨਾਮ ਸਾਧ ਸੰਗਤ ਹੈ। ਜੇ ਗਿਣਤੀ ਤੇ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹੋਵੇ, ਪਰ ਉੱਥੇ ਕੋਈ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਕਥਾ ਵਾਰਤਾ ਹੀ ਨਾ ਹੋਵੇ, ਉੱਥੇ ਸਿਰਫ ਦੇਖਣ ਵਾਸਤੇ ਦੁਨੀਆ ਦੇ ਰੰਗ ਤਮਾਸ਼ੇ ਹੀ ਮਿਲਣ, ਇਹੋ ਜਿਹੇ ਕਿਸੇ ਹਜੂਮ ਨੂੰ ਸਤਿਗੁਰੂ ਜੀ ਨੇ ਕੋਈ ਵਡਿਆਈ ਨਹੀਂ ਦਿੱਤੀ। ਕਹਿੰਦੇ ਕਬੀਰ ਜੀ ਦੇ ਪਾਸ ਇੱਕ ਵਾਰ ਜਿਹੜੇ ਉਹਨਾਂ ਦੇ ਸੰਗੀ ਸਨ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਾਂਸ਼ੀ ਸ਼ਹਿਰ ਵਿੱਚ ਬਹੁਤ ਵੱਡਾ ਮੇਲਾ ਲੱਗ ਰਿਹਾ ਹੈ, ਆਪ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਹੀ ਜਿੱਥੇ ਜੋੜ ਮੇਲ ਹੋਵੇ, ਜਿੱਥੇ ਕੋਈ ਇਕੱਤਰਤਾ ਹੋਵੇ, ਉੱਥੇ ਜਾਣ ਵਾਸਤੇ ਨਸੀਹਤ ਦਿੰਦੇ ਹੋ। ਭਗਤ ਕਬੀਰ ਜੀ ਕਹਿਣਗੇ ਜਗਿਆਸੂ ਜਨੋ, ਵੀ ਅਸੀਂ ਤੁਹਾਨੂੰ ਇਹੋ ਜਿਹੇ ਕਿਸੇ ਇਕੱਠ ਵਿੱਚ ਜਾਣ ਵਾਸਤੇ ਨਸੀਹਤ ਨਹੀਂ ਦਿੰਦੇ ਜਿੱਥੇ ਸਿਰਫ ਧੂੜ ਔਰ ਧੁੱਪ ਹੀ ਪ੍ਰਾਪਤ ਹੋਵੇ, ਜਿੱਥੇ ਧੱਕੇ ਹੀ ਪੈਣ,
ਆਮ ਕਹਾਵਤ ਹੈ, ਕਹਿੰਦੇ ਮੇਲਿਆਂ ਵਿੱਚ ਧੂੜ ਧੁੱਪ ਧੱਕੇ ਤਿੰਨੇ ਚੀਜ਼ਾਂ ਮਿਲਦੀਆਂ ਨੇ। ਨਹੀਂ ਮਹਾਰਾਜ ਦੇਖੋ ਕਿਵੇਂ ਲੋਕੀ ਵੀਰਾਂ ਘੱਟ ਕੇ ਆ ਰਹੇ ਨੇ, ਉੱਥੇ ਕੁਝ ਤੇ ਮਿਲਦਾ ਹੀ ਹੋਵੇਗਾ। ਆਪ ਜ਼ਰੂਰ ਚੱਲੋ ਉਹ ਮੇਲਾ ਦੇਖਣ ਵਾਸਤੇ। ਭਗਤ ਜੀ ਨੇ ਉਹਨਾਂ ਨੂੰ ਵਰਜਣ ਦੀ ਕੋਸ਼ਿਸ਼ ਕੀਤੀ, ਪਰ ਬਾਰ-ਬਾਰ ਬੇਨਤੀਆਂ ਕਰਦੇ ਰਹੇ, ਮਹਾਰਾਜ ਇਸ ਬਹਾਨੇ ਤੁਹਾਡੇ ਨਾਲ ਚੱਲ ਕੇ ਅਸੀਂ ਵੀ ਮੇਲਾ ਦੇਖ ਆਵਾਂਗੇ। ਭਗਤ ਜੀ ਕਹਿਣਗੇ ਵੀ ਠੀਕ ਹੈ ਚਲੋ। ਸ਼ਾਇਦ ਕੋਈ ਉੱਥੇ ਰੱਬ ਦਾ ਬਖਸ਼ਿਆ, ਕੋਈ ਰੱਬ ਦਾ ਪਿਆਰਾ ਮਿਲ ਜਾਵੇ। ਉਹ ਸਾਰੇ ਸੰਗਤ ਚਲੇ ਗਏ ਆਪਣੇ ਸੰਗੀਆਂ ਦੇ ਸਮੇਤ। ਉੱਥੇ ਤੇ ਉਹ ਕੁਝ ਦੇਖਿਆ, ਉਹ ਕੁਝ ਮਿਲਿਆ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ। ਕਿਤੇ ਨਾਚ ਗਾਣੇ ਹੋ ਰਹੇ ਨੇ, ਦੁਨੀਆ ਦੇ ਰੰਗ ਤਮਾਸ਼ੇ ਹੋ ਰਹੇ ਨੇ। ਲੋਕੀ ਪੀ ਕੇ ਸ਼ਰਾਬਾਂ ਇੱਕ ਦੂਸਰੇ ਨੂੰ ਦੁਰਵਚਨ ਬੋਲ ਰਹੇ ਨੇ, ਲੜਾਈਆਂ ਝਗੜੇ ਹੋ ਰਹੇ ਹਨ। ਇਹ ਸਭ ਕੁਝ ਦੇਖ ਕੇ ਜਦੋਂ ਭਗਤ ਕਬੀਰ ਜੀ ਸ਼ਾਮ ਤੱਕ ਆਪਣੇ ਠਿਕਾਣੇ ਤੇ ਆਪਣੇ ਆਸ਼ਰਮ ਦੇ ਵਿੱਚ ਆਏ, ਉਹਨਾਂ ਦੇ ਸੰਗੀ ਕਹਿਣ ਲੱਗੇ, ਮਹਾਰਾਜ ਦੇਖਿਆ ਕਿੰਨੀ ਰੌਣਕ ਸੀ। ਭਗਤ ਜੀ ਕਹਿਣ ਲੱਗੇ ਕਿ ਜਗਿਆਸੂ ਜਨੋ, ਰੌਣਕ ਹੋਵੇਗੀ ਤੁਹਾਡੇ ਵਾਸਤੇ, ਸਾਡੇ ਵਾਸਤੇ ਤਾਂ ਉਹ ਉਜਾੜ ਸੀ, ਉਜਾੜ। ਕਬੀਰ ਸਭ ਦਾ ਗਹਾਉ ਫਿਰਿਓ, ਮਨ ਦਿਲ ਕੰਨ ਚੜਾਏ, ਇੱਕ ਰਾਮ ਸਨੇਹੀ ਬਾਹਰਾ, ਉਜਨ ਮੇਰੇ ਪਾਏ। ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੋ, ਉਜਾੜ ਹੈ ਸਾਈਂ ਦੇ ਪਿਆਰੇ ਬਾਜੋ।
ਰਾਮ ਸਨੇਹੀ ਬਾਰਾ ਉਜਨ ਮੇਰਾ ਭਾਈ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਤਨੇ ਵੱਡੇ ਇਕੱਠ ਨੂੰ, ਇਤਨੇ ਵੱਡੇ ਹਜੂਮ ਨੂੰ ਆਪ ਉਜਾੜ ਕਹਿ ਰਹੇ ਹੋ, ਰੱਬ ਦੇ ਵਾਸਤੇ ਬਸਤੀ ਕਿਹੜੀ ਹੈ? ਭਗਤ ਕਬੀਰ ਜੀ ਕਹਿਣ ਲੱਗੇ ਵੀ ਜਿੱਥੇ ਪ੍ਰਮਾਤਮਾ ਦੀ ਅਕਾਲ ਪੁਰਖ ਹੋਵੇ, ਗੁਰੂ ਦੀ ਸਿਫਤ ਹੋਵੇ, ਉੱਥੇ ਭਾਵੇਂ 2 4 5 7 ਸਤਸੰਗੀ ਇਕੱਠੇ ਹੋਏ ਹੋਣ, ਉਹ ਸਾਡੇ ਵਾਸਤੇ ਤਾਂ ਉਹ ਹੈ ਸਹੀ ਮਾਇਨੇ ਵਿੱਚ ਬਸਤੀ। ਸਾਡੇ ਵਾਸਤੇ ਉਹ ਹੈ ਘੁੱਪ ਵਸਦਾ ਨਗਰ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ, ਜਿੱਥੇ ਨਾਮ ਨਾ ਜਪੀਐ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਲ ਸੋਇਨ ਚੋਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀ। ਕਬੀਰ ਸੰਤਨ ਕੀ ਝੁੰਗੀਆ ਭਲੀ, ਪਰਮੇਸ਼ਰ ਦੇ ਪਿਆਰਿਆਂ ਦੀ ਝੌਂਪੜੀ ਹੀ ਭਲੀ ਹੈ। ਜਿੱਥੇ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ, ਉੱਥੇ ਭਾਵੇਂ 2 4 5 7 ਜਗਿਆਸੂ ਜਨ ਬੈਠ ਕੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਨ, ਉਸ ਦੀ ਉਪਮਾ ਕਰਨ। ਉਹ ਤੇ ਹੈ ਘੁੱਗ ਵਸਦੀ ਨਗਰੀ। ਪਰ ਜਿੱਥੇ ਦੁਨੀਆ ਦੇ ਰੰਗ ਤਮਾਸ਼ੇ, ਨਾਚ ਮਜ਼ਦੂਰੀ ਦੇਖਣ ਨੂੰ ਮਿਲਣ, ਉਹ ਹੈ ਉਜਾੜ। ਕਬੀਰ ਸੰਤਨ ਕੀ ਝੁੰਗੀਆ ਭਲੀ, ਭਟ ਕੋ ਸਤੀ ਗਾਓ। ਆਗ ਲਗਾਏ ਤੇ ਧੌਲ ਹਰ ਜੇ ਨਾਹੀ, ਹਰ ਕੋ ਨਾਮ। ਉਹ ਭਾਈ ਗੁਰਦਾਸ ਜੀ ਨੇ ਸਾਧ ਸੰਗਤ, 2 ਗੁਰਸਿੱਖਾਂ ਦੇ ਜੋੜ ਮੇਲ ਨੂੰ ਹੀ ਇੱਕ ਸਿੱਖ, 2 ਸਾਧ ਸੰਗ, ਸਾਧ ਸੰਗਤ ਕਥਨ ਕੀਤਾ ਹੈ। ਇੱਕ ਸਿੱਖ 2 ਸਾਧ ਸੰਗ, 5 ਪਰਮੇਸ਼ਰ। ਹਾਂ, ਸਾਧ ਸੰਗਤ ਉਸ ਹਜੂਮ ਨੂੰ, ਉਸ ਇਕੱਤਰਤਾ ਨੂੰ ਕਿਹਾ ਜਾਂਦਾ ਹੈ ਜਿੱਥੇ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੁੰਦੀ ਹੈ। ਉਹ ਇਕੱਤਰਤਾ ਭਾਵੇਂ ਕਲਯੁਗ ਦੇ ਸਮੇਂ ਵਿੱਚ ਹੋਵੇ, ਭਾਵੇਂ ਦੁਆਪਰ ਤ੍ਰੇਤੇ ਜਾਂ ਸਤਯੁਗ ਦੇ ਸਮੇਂ ਵਿੱਚ ਹੋਵੇ। ਉਹ ਭਾਈ ਗੁਰਦਾਸ ਜੀ ਇੱਕ ਥਾਂ ਤੇ ਫਰਮਾਨ ਕਰਦੇ ਨੇ, ਸਤਯੁਗ ਦੇ ਸਮੇਂ ਦੀ ਗੱਲ ਕਰ ਰਹੇ ਨੇ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾਂ ਲੋਚਨ ਰਾਣੀ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਉਹ ਭਾਈ ਗੁਰਦਾਸ ਜੀ ਦੇ ਹਿਰਦੇ ਦੀ ਵਿਸ਼ਾਲਤਾ ਹੈ। ਉਸ ਵੇਲੇ ਦੇ ਮਹਾਂਪੁਰਖਾਂ ਦੀ ਉੱਤਮ ਰਚਨਾ, ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਨਾਲ ਭਰਪੂਰ ਹੋਇਆ ਕਰਦੀ, ਉਸ ਨੂੰ ਭਾਈ ਗੁਰਦਾਸ ਜੀ ਗੁਰਬਾਣੀ ਦੀ ਹੀ ਸੰਗਿਆ ਦੇ ਰਹੇ ਹਨ। ਔਰ ਉਹਨਾਂ ਦੇ ਜੋੜ ਮੇਲ ਨੂੰ ਜਿਹੜੇ ਉੱਥੇ ਜਾ ਕੇ ਇਕੱਤਰ ਹੁੰਦੇ, ਉਸ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨ ਵਾਸਤੇ ਜਾਂ ਸੁਣਨ ਵਾਸਤੇ, ਉਹਨਾਂ ਦੇ ਜੋੜ ਮੇਲ ਨੂੰ ਭਾਈ ਗੁਰਦਾਸ ਜੀ ਸਾਧ ਸੰਗਤ ਦੀ ਸੰਗਿਆ ਦਿੰਦੇ ਹਨ। ਸਾਧ ਸੰਗਤ ਵਿੱਚ ਲਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਭਾਈ ਗੁਰਦਾਸ ਜੀ ਕਲਯੁਗ ਦੇ ਸਮੇਂ ਦੀ ਗੱਲ ਨਹੀਂ ਕਰ ਰਹੇ, ਇਹ ਤੇ ਸਤਯੁਗ ਦੇ ਸਮੇਂ ਦੀ ਗੱਲ ਕਰ ਰਹੇ ਨੇ, ਜਦੋਂ ਹਰੀਚੰਦ ਨਾਮ ਦਾ ਇੱਕ ਬੜਾ ਨਾਸਤਕ ਰਾਜਾ, ਜਿਸ ਨੇ ਆਪਣੇ ਰਾਜ ਦੇ ਵਿੱਚ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਪ੍ਰਮਾਤਮਾ ਦੀ ਸਿਫਤ ਕਰਨੀ, ਹਰੀ ਜਸਰੀ ਕੀਰਤਨ ਕਰਨਾ ਇਹ ਵਿਹਲੜ ਬੰਦਿਆਂ ਦਾ ਕੰਮ ਹੈ, ਸਮੇਂ ਦੀ ਬਰਬਾਦੀ ਹੈ। ਮੇਰੇ ਇਲਾਕੇ ਦੇ ਵਿੱਚ ਜਿਹੜਾ ਵੀ ਕੋਈ ਇਹ ਕਰਮ ਕਰਦਾ ਪਕੜਿਆ ਗਿਆ, ਉਸ ਨੂੰ ਬੜੀ ਸਖਤ ਸਜ਼ਾ ਦਿੱਤੀ ਜਾਵੇਗੀ। ਸਾਧ ਸੰਗਤ ਐਸਾ ਨਹੀਂ ਕਿ ਸਤਯੁਗ ਦੇ ਸਮੇਂ ਵਿੱਚ ਸਾਰੇ ਧਰਮੀ ਹੀ ਸਨ, ਔਰ ਦੂਸਰੇ ਪਾਸੇ ਐਸਾ ਵੀ ਨਹੀਂ ਕਿ ਕਲਯੁਗ ਦੇ ਸਮੇਂ ਦੇ ਵਿੱਚ ਸਾਰੇ ਪਾਪੀ ਹੀ ਨੇ। ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਯੁੱਗਾਂ ਦੀ ਜਿਹੜੀ ਵੰਡ ਸ਼ਾਸਤਰਾਂ ਦੇ ਵਿੱਚ ਜਾਂ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ ਆਉਂਦੀ ਹੈ, ਇਸ ਨੂੰ ਮੰਨਿਆ ਤੇ ਹੈ, ਪਰ ਉਸ ਵਿਧੀ ਜਾਂ ਉਸ ਢੰਗ ਤਰੀਕੇ ਨਾਲ ਨਹੀਂ।
ਜਿਸ ਢੰਗ ਤਰੀਕੇ ਦੇ ਨਾਲ ਪਹਿਲਾਂ ਮੰਨੀ ਜਾਂਦੀ ਸੀ। ਸਤਿਗੁਰੂ ਜੀ ਨੇ ਇਹਨਾਂ ਯੁਗਾਂ ਦਾ ਜ਼ਿਕਰ ਕੀਤਾ। ਸਤਿਯੁਗ ਰਤ ਸੰਤੋਖ ਕਾ ਧਰਮ ਅਗੈ ਰਥਵਾਹੋ, ਤ੍ਰੇਤੈ ਰਥ ਜਤੈ ਕਾ ਜੋਰ ਅਗੈ ਰਥਵਾਹੋ, ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾਹੋ, ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ। ਗੁਰਬਾਣੀ ਵਿੱਚ ਬਹੁਤ ਥਾਂ ਤੇ ਇਹਨਾਂ ਯੁਗਾਂ ਦਾ ਜ਼ਿਕਰ ਮਿਲੇਗਾ। ਸਤਿਯੁਗ ਸੱਚ, ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दिढ़े, कल केवल नाम उधार। पर साध संगत गुरु नानक देव जी महाराज ਦੇ ਅਵਤਾਰ ਤੋਂ ਪਹਿਲਾਂ ਕਲਯੁਗ ਦੀ ਕਲਪਨਾ ਇੱਕ ਇਹੋ ਜਿਹੇ ਸਮੇਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਜਦੋਂ ਸਿਰਫ ਅਧਰਮ ਹੀ ਅਧਰਮ ਹੋਵੇ, ਜਦੋਂ ਸਿਰਫ ਨਫ਼ਰਤ ਔਰ ਅਨਿਆਂ ਦਾ ਹੀ ਬੋਲਬਾਲਾ ਹੋਵੇ। ਔਰ ਇਸ ਕਲਯੁਗ ਤੋਂ ਲੋਕਾਂ ਨੂੰ ਡਰਾਇਆ ਗਿਆ ਵੀ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਇਸ ਕਲਯੁਗ ਦੇ ਸਮੇਂ ਵਿੱਚ ਧਰਮ ਕਮਾਇਆ ਹੀ ਨਹੀਂ ਜਾ ਸਕਦਾ। ਪਰ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਗੁਰਸਿੱਖੋ, ਠੀਕ ਹੈ, ਕਲਯੁਗ ਦੇ ਸਮੇਂ 'ਚ ਭਾਵੇਂ ਧਰਮ ਦਾ, ਨਫ਼ਰਤ ਦਾ ਬੋਲਬਾਲਾ ਹੈ, ਪਰ ਜੇ ਤੁਸੀਂ ਕਲਯੁਗ ਦੇ ਸਮੇਂ ਵਿੱਚ ਧਰਮ ਨੂੰ ਕਮਾਓਗੇ, ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰੋਗੇ, ਜੇ ਕਲਯੁਗ ਦੇ ਸਮੇਂ ਦੇ ਵਿੱਚ ਤੁਸੀਂ ਕੀਰਤਨ ਭਗਤੀ ਵਿੱਚ ਪ੍ਰਵਿਰਤ ਹੋਵੋਗੇ, ਫਿਰ ਇਹ ਕਲਯੁਗ ਦਾ ਸਮਾਂ ਵੀ ਧਨਤਾ ਯੋਗ ਬਣ ਜਾਏਗਾ। ਇਸ ਕਲਯੁਗ ਦੇ ਸਮੇਂ ਨੂੰ ਸਭ ਤੋਂ ਉੱਤਮ ਵੀ ਬਣਾਇਆ ਜਾ ਸਕਦਾ ਹੈ। ਸਤਿਯੁਗ ਤ੍ਰੇਤਾ ਦੁਆਪਰ ਭਣੀਆਂ, ਕਲਯੁਗ ਉਤਮ ਜੁਗਾ ਮਾਹੇ, ਐ ਕਰ ਕਰੇ ਸੋ ਐ ਕਰ ਪਾਵੈ, ਕੋਈ ਨਾ ਪਕੜਿਆ ਕਿਸੈ ਥਾਏ। ਜਦੋਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਣਾ ਹੈ। ਕਲਯੁਗ ਦੇ ਸਮੇਂ ਵਿੱਚ ਇਨਸਾਫ ਹੈ, ਜਿਹੜਾ ਕਰਮ ਕਰੇਗਾ ਉਸ ਨੂੰ ਫਲ ਭੋਗਣਾ ਪਏਗਾ। ਪਹਿਲਿਆਂ ਯੁੱਗਾਂ ਵਿੱਚ ਐਸਾ ਇਨਸਾਫ ਨਹੀਂ ਸੀ। ਸਤਿਯੁਗ ਦੇ ਸਮੇਂ ਦਾ ਇਨਸਾਫ ਸੁਣ ਲਓ। ਸਤਿਯੁਗ ਊਤਮ ਆਖੀਐ ਇੱਕ ਫੇੜਾ ਸਭ ਦੇਸ਼ ਦੁਹੇਲਾ। ਉਦੋਂ ਪਾਪ ਇੱਕ ਕਰਦਾ ਫਲ ਸਾਰੇ ਦੇਸ਼ ਨੂੰ ਭੋਗਣਾ ਪੈਂਦਾ। ਤ੍ਰੇਤਾ ਨਗਰੀ ਪੀੜੀ ਹੈ। ਤ੍ਰੇਤੇ ਯੁੱਗ ਦੇ ਵਿੱਚ ਪਾਪ ਇੱਕ ਕਰਦਾ ਫਲ ਸਾਰੀ ਨਗਰੀ ਨੂੰ, ਸਾਰੇ ਸ਼ਹਿਰ ਨੂੰ ਭੋਗਣਾ ਪੈਂਦਾ। ਦੁਆਪਰ ਯੁੱਗ ਦੇ ਵਿੱਚ ਦੁਆਪਰ ਵੰਸ਼ ਵਿਧੁੰਸ ਕੁਵੇਲਾ, ਪਾਪ ਇੱਕ ਕਰਦਾ ਫਲ ਸਾਰੀ ਕੁੱਲ ਨੂੰ ਭੋਗਣਾ ਪੈਂਦਾ। ਤ੍ਰੇਤਾ ਨਗਰੀ ਪੀੜੀਆ, ਦੁਆਪਰ ਵੰਸ਼ ਵਿਧੁੰਸ ਕੁਵੇਲਾ, ਕਲਯੁਗ ਸੱਚ ਨਿਆਉ ਹੈ, ਜੋ ਬੀਜੈ ਸੋ ਲੁਣੈ ਇਕੇਲਾ। ਕਲਯੁਗ ਦੇ ਸਮੇਂ ਵਿੱਚ ਇਨਸਾਫ ਹੈ। ਐਸਾ ਨਹੀਂ ਪਾਪ ਕੋਈ ਹੋਰ ਕਰੇ ਔਰ ਫਲ ਕਿਸੇ ਹੋਰ ਨੂੰ ਭੋਗਣਾ ਪਵੇ। ਇਸ ਕਰਕੇ ਗੁਰਸਿੱਖੋ, ਵੀ ਕਲਯੁਗ ਦੇ ਸਮੇਂ ਨੂੰ ਵੀ ਧਨਤਾ ਯੁੱਗ ਬਣਾਇਆ ਜਾ ਸਕਦਾ ਹੈ। ਕਲਯੁਗ ਦਾ ਸਮਾਂ ਵੀ ਉੱਤਮ ਬਣ ਸਕਦਾ ਹੈ ਜੇ ਕਲਯੁਗ ਦੇ ਸਮੇਂ ਦੇ ਵਿੱਚ ਧਰਮ ਕਮਾਇਆ ਜਾਵੇ, ਕਲਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਜਾਵੇ, ਕਲਯੁਗ ਦੇ ਸਮੇਂ ਦੀ ਪ੍ਰਧਾਨ ਭਗਤੀ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰ੍ਹਾਂ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਹਿੰਦਾ। ਧਿਆਨ ਦਿਓ, ਕਲਯੁਗ ਦੇ ਸਮੇਂ ਵਿੱਚ ਵੀ ਧਰਮੀ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗ ਦੇ ਸਮੇਂ ਮਾਨੋ ਸਤਿਯੁਗ ਵਰਤਾ ਦਿੱਤਾ। ਗੁਰਬਾਣੀ ਦਾ ਪ੍ਰਚਾਰ ਕਰਕੇ, ਨਾਮ ਬਾਣੀ ਦੀ ਵਰਖਾ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਵੇਂ ਤਪਦਿਆਂ ਹਿਰਦਿਆਂ ਨੂੰ ਸ਼ਾਂਤ ਕੀਤਾ। ਆਦ ਵਿਆਦ ਉਪਾਦ ਤਿੰਨੇ ਤਰ੍ਹਾਂ ਦੇ ਰੋਗਾਂ ਵਿੱਚ ਗ੍ਰਸੀ ਦੁਨੀਆ ਨੂੰ ਘਰ ਘਰ ਜਾ ਕੇ ਨਾਮ ਦੀ ਦਾਰੂ ਵੰਡੀ। ਸੜਦੀ ਬਲਦੀ ਦੁਨੀਆ ਨੂੰ ਨਾਮ ਦੇ ਠੰਡੇ ਛਿੱਟਿਆਂ ਦੁਆਰਾ ਸ਼ਾਂਤ ਕਰਕੇ ਸਤਿਗੁਰੂ ਜੀ ਤੇ ਨਾਮ ਬਾਣੀ ਦੀ ਵਰਖਾ ਕਰਕੇ ਸ਼ਾਂਤੀ ਵਰਤਾਉਂਦੇ ਰਹੇ। ਹਾਂ, ਸਤਿਯੁਗ ਦੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ
ਐਸਾ ਨਹੀਂ ਕਿ ਸਤਜੁਗ ਦੇ ਸਮੇਂ ਸਾਰੇ ਹੀ ਧਰਮੀ ਸਨ। ਹਰਨਾਕਸ਼ ਸਤਜੁਗ ਦੇ ਸਮੇਂ ਹੀ ਹੋਇਆ ਨਾ, ਉਸਨੇ ਵੀ ਨਾਸਤਿਕਤਾ ਫੈਲਾ ਦਿੱਤੀ। ਪ੍ਰਜਾ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਪਾਲਣਾ ਕਰਦਾ ਹਾਂ, ਮੈਂ ਤੁਹਾਡੀ ਰੱਖਿਆ ਕਰਦਾ ਹਾਂ, ਮੈਂ ਤੁਹਾਡੀ ਪਰਵਰਿਸ਼ ਕਰਦਾ ਹਾਂ, ਰੱਬ ਨਾਲ ਦੀ ਕੋਈ ਹਸਤੀ ਕੋਈ ਸ਼ਕਤੀ ਨਹੀਂ। ਇਸ ਕਰਕੇ ਵੀ ਰੱਬ ਦਾ ਨਾਮ ਜਪਣਾ ਛੱਡ ਕੇ ਤੁਸੀਂ ਮੇਰਾ ਨਾਮ ਜਪੋ। ਹੁਣ ਪ੍ਰਜਾ ਨੇ ਡਰਦਿਆਂ ਹੋਇਆਂ ਹਰਨਾਕਸ਼ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਹੁਣ ਇਹ ਸਤਜੁਗ ਦੇ ਸਮੇਂ ਦੀ ਗੱਲ ਹੈ। ਕਿੱਧਰੋਂ ਤਾਂ ਸਤਜੁਗ ਹੈ ਜਦੋਂ ਪ੍ਰਜਾ ਨੂੰ ਪ੍ਰਮਾਤਮਾ ਦੀ ਹਸਤੀ ਤੋਂ ਮੁਨਕਰ ਕਰਨ ਵਾਸਤੇ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋਣ। ਹੁਣ ਰਾਜਾ ਹਰੀਚੰਦ ਨੇ ਢੰਡੋਰਾ ਫੇਰ ਦਿੱਤਾ ਵੀ ਮੇਰੇ ਇਲਾਕੇ ਵਿੱਚ ਕੋਈ ਪ੍ਰਮਾਤਮਾ ਦੀ ਸਿਫਤ ਨਹੀਂ ਕਰ ਸਕਦਾ, ਉਹਦੇ ਭਜਨ ਨਹੀਂ ਗਾ ਸਕਦਾ, ਕੋਈ ਪ੍ਰਮਾਤਮਾ ਦੀ ਬੰਦਗੀ ਨਹੀਂ ਕਰ ਸਕਦਾ। ਇਹ ਐਵੇਂ ਵਿਹਲੜ ਬੰਦਿਆਂ ਦਾ ਕੰਮ ਹੈ, ਸਮੇਂ ਦੀ ਬਰਬਾਦੀ ਹੈ। ਉਹ ਸਾਧ ਸੰਗਤ ਹੁਣ ਪ੍ਰਜਾ ਨੇ ਸ਼ਰੇਆਮ ਪ੍ਰਮਾਤਮਾ ਦੀ ਸਿਫਤ ਕਰਨੀ ਬੰਦ ਕਰ ਦਿੱਤੀ। ਪਰ ਜਿਨ੍ਹਾਂ ਨੂੰ ਸ਼ੌਕ ਸੀ ਉਹਨਾਂ ਨੇ ਇੱਕ ਥਾਂ ਇੱਕ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਰੋਜ਼ਾਨਾ ਅੰਮ੍ਰਿਤ ਵੇਲੇ ਪ੍ਰਮਾਤਮਾ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿੱਥੇ ਪ੍ਰਮਾਤਮਾ ਦੀ ਸਿਫਤ ਹੁੰਦੀ, ਜਿੱਥੇ ਰੱਬ ਦੇ ਪਿਆਰਿਆਂ ਦੀ ਉਸ ਬਾਣੀ ਦਾ ਗਾਇਨ ਹੁੰਦਾ, ਉਸ ਸਥਾਨ ਨੂੰ ਉਸ ਟਿਕਾਣੇ ਨੂੰ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਕਿਹਾ। ਔਰ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਰਚਨਾ ਨੂੰ ਗੁਰਬਾਣੀ ਦੀ ਸੰਗਿਆ ਦਿੱਤੀ। ਉਹ ਸਾਧ ਸੰਗਤ ਦੇਖੋ, ਭਾਵੇਂ ਜਿਹੜੀ ਗੁਰਬਾਣੀ ਹੈ ਇਹਦਾ ਮੁਕਾਬਲਾ ਆਪਾਂ ਕਿਸੇ ਹੋਰ ਰਚਨਾ ਦੇ ਨਾਲ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਇਸ ਬਾਣੀ ਨੂੰ ਤੇ ਸਤਿਗੁਰੂ ਜੀ ਨੇ ਬਾਣੀਆਂ ਸਿਰ ਬਾਣੀ ਕਥਨ ਕੀਤਾ ਹੈ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਪਰ ਕਈ ਵਾਰ ਆਪਾਂ ਜਿਹੜੇ ਆਪਣੇ ਖਿਆਲਾਤ ਹੁੰਦੇ ਨੇ, ਆਪਣੇ ਵਿਚਾਰ ਹੁੰਦੇ ਨੇ, ਜਦੋਂ ਆਪਣੇ ਵਿਚਾਰਾਂ ਨੂੰ ਸੰਸਾਰ ਤੱਕ ਪਹੁੰਚਾਉਣਾ ਹੁੰਦਾ ਹੈ, ਆਪਣੇ ਪਾਸ ਸਾਧਨ ਬੜੇ ਸੀਮਿਤ ਹੁੰਦੇ ਨੇ, ਭਾਸ਼ਾ ਆਪਣੇ ਪਾਸ ਬੜੀ ਸੀਮਿਤ ਹੁੰਦੀ ਹੈ। ਕਈ ਵਾਰ ਆਪਣੇ ਪਾਸ ਉਹ ਅਲਫਾਜ਼ ਨਹੀਂ ਹੁੰਦੇ। ਉਹਨਾਂ ਵਿਚਾਰਾਂ ਦੀ ਪੇਸ਼ਕਾਰੀ ਵਾਸਤੇ, ਉਹਨਾਂ ਦੀ ਅਦਾਇਗੀ ਵਾਸਤੇ, ਆਪਣਾ ਸੰਦੇਸ਼ ਸੰਸਾਰ ਤੱਕ ਪਹੁੰਚਾਉਣ ਲਈ ਆਪਣੀਆਂ ਕਈ ਮਜਬੂਰੀਆਂ ਹੁੰਦੀਆਂ ਨੇ। ਫਿਰ ਆਪਾਂ ਕਈ ਵਾਰ ਉਹਨਾਂ ਲਫ਼ਜ਼ਾਂ ਦਾ, ਉਹਨਾਂ ਸ਼ਬਦਾਂ ਦਾ, ਉਹਨਾਂ ਅਲਫਾਜ਼ ਦਾ ਇਸਤੇਮਾਲ ਕਰ ਲੈਂਦੇ ਹਾਂ ਜਿਹੜੇ ਆਪਣੀ ਵੋਕੈਬੂਲਰੀ, ਆਪਣੀ ਜਾਣਕਾਰੀ ਵਿੱਚ ਹੋਣ, ਆਪਣੇ ਸ਼ਬਦਕੋਸ਼ ਦੇ ਵਿੱਚ ਜਿਹੜੇ ਸ਼ਬਦ ਮੌਜੂਦ ਹੋਣ, ਆਪਾਂ ਤੇ ਫਿਰ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਨਾ। ਕੋਈ ਸ਼ਬਦ ਨਵੇਂ ਤੇ ਘਟ ਨਹੀਂ ਸਕਦੇ। ਇਸ ਤਰ੍ਹਾਂ ਕਈ ਵਾਰ ਹੋ ਜਾਂਦਾ ਹੈ। ਵੈਸੇ ਭਾਈ ਸਾਹਿਬ ਜੀ ਦਾ ਮਨੋਰਥ ਕਿਸੇ ਹੋਰ ਰਚਨਾ ਨੂੰ ਗੁਰਬਾਣੀ ਦੀ ਤੁਲਤਾ ਦੇਣ ਦਾ ਨਹੀਂ। ਉਹ ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਂ ਤੇ ਇਹ ਕਥਨ ਕੀਤਾ ਹੈ ਕਿ ਜਿਹੜੀ ਗੁਰਬਾਣੀ ਹੈ, ਸਾਡੇ ਗੁਰੂ ਸਾਹਿਬਾਨ ਨੇ ਉਚਾਰਨ ਕੀਤੀ, ਜਾਂ ਜਿਹੜੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਜਾਂ ਹੋਰ ਬਾਣੀਆਂ ਜਿਹੜੀਆਂ ਗੁਣਵਾਨ ਪੁਰਸ਼ਾਂ ਨੇ ਉਚਾਰਨ ਕੀਤੀਆਂ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਵਿੱਚ, ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਨਕਾਰ ਨਹੀਂ ਰਹੇ ਵੀ ਠੀਕ ਆ, ਉਹ ਵੀ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵਿੱਚ ਉਚਾਰਨ ਕੀਤੀਆਂ ਨੇ ਗੁਣੀ ਪੁਰਸ਼ਾਂ ਨੇ। ਪਰ ਜਿਹੜੀ ਗੁਰਬਾਣੀ ਹੈ ਇਹ ਉਹਨਾਂ ਬਾਣੀਆਂ ਦੀ ਵੀ ਗੁਰੂ ਹੈ। ਸੁਧਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਜਨੀ ਹੈ। ਭਾਈ ਸਾਹਿਬ ਜੀ ਕਥਨ ਕਰਦੇ ਨੇ, ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵਿੱਚ ਉਚਾਰਨ ਕੀਤੀ ਸਾਡੇ ਗੁਰੂ ਸਾਹਿਬਾਨ ਦੀ ਇਹ ਬਾਣੀ, ਇਹ ਤੇ ਮਾਨੋ
ਅੰਮ੍ਰਿਤ ਦੀਆਂ ਲਹਿਰਾਂ ਉੱਠ ਰਹੀਆਂ ਨੇ। ਇਹ ਰੋਗਾਂ ਦਾ ਨਾਸ਼ ਕਰਨ ਵਾਸਤੇ ਸਮਰੱਥ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਸ ਨੂੰ ਸਿਰਫ ਸੁਣਨ ਮਾਤਰ ਦੇ ਨਾਲ ਹੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਕੰਧੇਰੇ। ਜਿਸ ਨੂੰ ਗਾਉਣ ਵਾਲੇ ਵੀ ਔਰ ਜਿਸ ਨੂੰ ਸੁਣਨ ਵਾਲੇ ਵੀ ਦੋਵੇਂ ਹੀ ਤਰ ਜਾਂਦੇ ਨੇ ਸੰਸਾਰ ਦੇ ਸਮੁੰਦਰ ਤੋਂ। ਉੱਤਮ ਸ਼ਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ। ਇਸ ਉੱਤਮ ਰਚਨਾ ਨੂੰ, ਇਸ ਪਵਿੱਤਰ ਗੁਰਬਾਣੀ ਨੂੰ ਸੁਣਨ ਦੇ ਨਾਲ ਵੀ ਔਰ ਇਸ ਦੀ ਕਮਾਈ ਕਰਨ ਦੇ ਨਾਲ ਵੀ। ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਹੈ ਨਿਸਤਾਰ। ਤਾਰ ਦੇ ਲੈ ਅਨੁ ਬਚਨ ਗੁਣਾਵੇ, ਤਾਰ ਦੇ ਲੈ ਅਨੁ ਬਚਨ ਗੁਣਾਵੇ। ਗੁਰਬਾਣੀ ਦੇ ਵਚਨਾਂ ਨੂੰ, ਗੁਰਬਾਣੀ ਦੇ ਉਪਦੇਸ਼ ਨੂੰ ਸਿਰਫ ਸੁਣਨ ਮਾਤਰ ਦਾ ਹੀ ਇਤਨਾ ਵੱਡਾ ਫਲ, ਇਤਨਾ ਵੱਡਾ ਮਹਾਤਮਾ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਰੋਗ ਭ੍ਰਮ ਭੰਗਨੀ ਹੈ, ਰੋਗਾਂ ਦਾ ਨਾਸ਼ ਕਰਨ ਵਾਸਤੇ ਸਮਰੱਥ ਹੈ। ਇੱਕ ਕਾਰਨ ਹੁੰਦਾ ਹੈ, ਇੱਕ ਕਾਰਜ ਹੁੰਦਾ ਹੈ, ਕਾਜ਼ ਐਂਡ ਇਫੈਕਟ।
ਜਿੰਨੀ ਦੇਰ ਤੱਕ ਕਾਜ਼ ਨਹੀਂ ਉਨੀ ਦੇਰ ਤੱਕ ਉਹਦਾ ਇਫੈਕਟ ਵੀ ਨਹੀਂ ਹੋ ਸਕਦਾ। ਜਿੰਨੀ ਦੇਰ ਕਾਰਨ ਹੀ ਨਹੀਂ ਉਸਦਾ ਕਾਰਜ ਨਹੀਂ ਹੋ ਸਕਦਾ, ਕਾਰਜ ਨਹੀਂ ਬਣ ਸਕਦਾ। ਕਾਰਨ ਕੀ ਹੈ? ਸਾਧ ਸੰਗਤ ਕਾਰਨ ਨੇ ਪਿਛਲੇ ਕੀਤੇ ਹੋਏ ਪਾਪ। ਕਾਰਜ ਕੀ ਹੈ? ਪਾਪਾਂ ਦਾ ਫਲ ਹਮੇਸ਼ਾ ਹੁੰਦਾ ਦੁੱਖ ਔਰ ਰੋਗ। ਕਤਿਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ। ਪ੍ਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਕਦੀ ਯਾਦ ਹੀ ਨਹੀਂ ਕੀਤਾ, ਉਸ ਨੂੰ ਵਿਸਾਰ ਕੇ ਉਸ ਤੋਂ ਬੇਮੁਖ ਹੋ ਕੇ ਜੇ ਨਿਸ਼ੰਗ ਹੋ ਕੇ ਪਾਪ ਕਮਾਉਂਦਾ ਰਿਹਾ, ਫਿਰ ਉਸਦਾ ਫਲ ਕੀ ਪ੍ਰਾਪਤ ਹੋਵੇਗਾ? ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਪਰਮਾਤਮਾ ਨੂੰ ਭੁੱਲ ਜਾਣ ਦਾ, ਪਰਮਾਤਮਾ ਤੋਂ ਬੇਮੁਖ ਹੋਣ ਦਾ, ਉਸ ਨੂੰ ਵਿਸਾਰ ਕੇ ਨਿੰਦਨੀਆਂ ਕਰਮਾਂ ਵਿੱਚ ਖਚਿਤ ਹੋਣ ਦਾ ਜਿਹੜਾ ਫਲ ਹੈ, ਪਾਪਾਂ ਦਾ ਫਲ ਹਮੇਸ਼ਾ ਦੁੱਖ ਔਰ ਰੋਗ ਹੋਇਆ ਕਰਦਾ ਹੈ। ਫਿਰ ਕਾਰਨ ਹੋਏ ਪਾਪ ਔਰ ਕਾਰਜ ਹੋਇਆ ਰੋਗ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਪ੍ਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸੁਣ ਕੇ, ਗੁਰਬਾਣੀ ਕੀ ਹੈ? ਸਿਫਤ ਹੀ ਹੈ ਨਾ ਪ੍ਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਗੁਰਬਾਣੀ ਦੇ ਵਿੱਚ ਕੋਈ ਪੋਲੀਟਿਕਸ ਦੀਆਂ ਗੱਲਾਂ ਨਹੀਂ। ਗੁਰਬਾਣੀ ਕਿਸੇ ਪਰ ਚਿੱਕੜ ਨਹੀਂ ਉਛਾਲਦੀ। ਗੁਰਬਾਣੀ ਸਾਨੂੰ ਕਿਸੇ ਨਾਲ ਨਫ਼ਰਤ ਕਰਨ ਦੀ ਇਜਾਜ਼ਤ ਨਹੀਂ ਸਿਖਾਉਂਦੀ। ਗੁਰਬਾਣੀ ਦੇ ਨਿਰੋਲ ਪ੍ਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਹੈ, ਜਾਂ ਗੁਰਬਾਣੀ 'ਚ ਪ੍ਰਮਾਤਮਾ ਦੇ ਨਾਮ ਦੀ ਵਡਿਆਈ, ਨਾਮ ਦੀ ਮਹਿਮਾ ਹੈ। ਇਸ ਨੂੰ ਸੁਣਨ ਦਾ ਫਲ ਸਤਿਗੁਰੂ ਜੀ ਫਰਮਾਨ ਕਰਦੇ ਨੇ ਵੀ ਕਾਰਨ ਔਰ ਕਾਰਜ ਦੋਨਾਂ ਦਾ ਹੀ ਨਾਸ਼ ਕਰ ਦਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਸ ਨੂੰ ਸੁਣਨ ਮਾਤਰ ਦੇ ਨਾਲ ਹੀ ਦੁੱਖ ਔਰ ਪਾਪ ਨਾਸ਼ ਹੋ ਜਾਂਦੇ ਨੇ। ਕਾਰਨ ਔਰ ਕਾਰਜ, ਕਾਜ਼ ਐਂਡ ਇਫੈਕਟ ਦੋਵੇਂ ਖਤਮ ਹੋ ਜਾਂਦੇ ਨੇ। ਜਦੋਂ ਕਾਰਨ ਹੀ ਨਹੀਂ ਰਿਹਾ, ਫਿਰ ਉਸਦਾ ਇਫੈਕਟ, ਉਸਦਾ ਫਲ, ਉਸਦਾ ਕਾਰਜ, ਉਸਦੀ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਥਨ ਕਰ ਰਹੇ ਹਨ, ਸੁਦਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ। ਰੋਗਾਂ ਦਾ ਔਰ ਭਰਮਾਂ ਦਾ ਵੀ ਨਾਸ਼ ਕਰਨ ਵਾਲੀ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਇਹ ਭਰਮਾਂ ਦਾ ਖੰਡਨ ਕਰਨ ਵਾਲੀ ਹੈ। ਜਾ ਕਾ ਦੂਰ ਗਿਆ ਭ੍ਰਮ ਉਰਕਾ, ਤਿਸ ਆਗੈ ਹਿੰਦੂ ਕਿਆ ਤੁਰਕਾ। ਰੋਗ ਭਰਮ ਭੰਗਨੀ ਹੈ, ਰੋਗਾਂ ਦਾ ਔਰ ਭਰਮਾਂ ਦਾ ਨਾਸ਼ ਕਰਨ ਵਾਲੀ ਹੈ। ਮਹਾ ਸਵੇਤ ਰੰਗਨੀ, ਮਹਾਨ ਮਨ ਮਾਨੀ ਹੈ। ਉਹ ਸਾਰ ਸੰਗਤ ਇੱਕ ਆਮ ਖਿਆਲ ਕੀਤਾ ਜਾਂਦਾ ਹੈ ਕਿ ਪਾਪ ਦਾ ਰੰਗ ਕਾਲਾ ਹੈ ਔਰ ਪੁੰਨ ਦਾ ਰੰਗ ਜਾਂ ਧਰਮ ਦਾ ਰੰਗ ਸਫੈਦ ਹੈ। ਇਹ ਆਮ ਅਜ਼ਿਊਮ ਕੀਤਾ ਜਾਂਦਾ ਹੈ। ਦੇਖੋ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ। ਇਸ ਮਨ ਨੂੰ ਇੱਕ ਜਨਮ ਦੀ ਨਹੀਂ, ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ। ਔਰ ਇਸ ਪਾਪਾਂ ਦੀ ਮੈਲ ਦੇ ਨਾਲ ਇਸ ਦਾ ਰੰਗ ਕਿਹੋ ਜਿਹਾ ਹੋ ਗਿਆ? ਕਾਲਾ ਹੋਆ ਸਿਆਹ। ਇਹ ਪਾਪਾਂ ਦੀ ਮੈਲ ਨਾਲ ਕਾਲਾ ਹੋ ਗਿਆ। ਇਹ ਆਮ ਧਾਰਨਾ ਹੈ ਕਿ ਪਾਪ ਦਾ ਰੰਗ ਕਾਲਾ ਹੈ, ਪਰ ਗੁਰਬਾਣੀ ਦੀ ਬਾਬਤ ਭਾਈ ਸਾਹਿਬ ਜੀ ਕਥਨ ਕਰਦੇ ਨੇ ਕਿ ਮਹਾ ਸਵੇਤ ਰੰਗਨੀ, ਇਸ ਦਾ ਰੰਗ ਉਜਲਾ ਹੈ। ਔਰ ਜਿਹੜਾ ਇਸ ਪਵਿੱਤਰ ਬਾਣੀ ਦੇ ਨਾਲ ਜੁੜ ਜਾਂਦਾ ਹੈ, ਇਹ ਬਾਣੀ ਉਸਦੇ ਹਿਰਦੇ ਨੂੰ ਉਜਲਾ ਬਣਾ ਦਿੰਦੀ ਹੈ। ਉਸਦੇ ਮਨ ਨੂੰ ਲੱਗੀ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਧੋ ਦਿੰਦੀ ਹੈ। ਔਰ ਜਿਨ੍ਹਾਂ ਦੇ ਮਨ ਨੂੰ ਇਹ ਬਾਣੀ ਭਾ ਗਈ, ਜਿਹੜੇ ਹਿਰਦੇ ਗੁਰਬਾਣੀ ਦੇ ਨਾਲ ਜੁੜ ਗਏ, ਉਹ ਇਸ ਨਿਰਮਲ, ਇਸ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਆਪ ਨਿਰਮਲ ਹੋ ਜਾਂਦੇ ਹਨ। ਕਿਦੋਂ ਜੈ ਹੰਸ ਨੇ ਸੀ ਮਾਨਸ ਵਿੱਚ ਤੰਸ ਨਹੀਂ ਹੈ। ਗੁਨੀਨ ਪ੍ਰਸ਼ੰਸਨੀ ਸਰਵ ਜਗ ਜਾਨੀ ਹੈ। ਇਹ
ਸਾਧ ਸੰਗਤ ਬਾਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਵਚਨ ਆਉਂਦਾ ਹੈ, ਗੁਰੂ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਕਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕੀਤੀ ਹੈ ਨਾ, ਕਿ ਮਾਨੋ ਮਾਨ ਸਰੋਵਰ ਦੀ ਨਿਆਈ ਨੇ। ਮਾਨ ਸਰੋਵਰ ਦੇ ਵਿੱਚ ਜਾਂ ਮਾਨ ਸਰੋਵਰ ਦੇ ਉੱਪਰ ਹਮੇਸ਼ਾ ਵਾਸਾ ਹੰਸਾਂ ਦਾ ਹੀ ਹੋਇਆ ਕਰਦਾ ਹੈ। ਨਾ ਉੱਤੇ ਕਾਂ ਜਾ ਸਕਦਾ ਹੈ, ਨਾ ਬਗਲਾ ਜਾ ਸਕਦਾ ਹੈ। ਬਗਲਾ ਕਾਗ ਨਾ ਰਹੀ ਸਰਵਰ, ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਮਾਨ ਸਰੋਵਰ ਵਿੱਚ ਹੁੰਦੇ ਨੇ ਬੜੇ ਕੀਮਤੀ ਮੋਤੀ, ਜਿਹੜੇ ਹੰਸਾਂ ਦੀ ਖੁਰਾਕ ਹੋਇਆ ਕਰਦੇ ਹਨ। ਫਿਰ ਹੰਸ ਉੱਥੇ ਇਕੱਤਰ ਹੋ ਕੇ ਉਸ ਮਾਨ ਸਰੋਵਰ ਤੇ ਬੈਠ ਕੇ ਮੋਤੀ ਚੁਗਦੇ ਨੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਸ ਮਾਨ ਸਰੋਵਰ ਦੇ ਉੱਪਰ ਹੰਸ ਵਸਦੇ ਨੇ, ਹੰਸਾਂ ਦਾ ਉੱਥੇ ਟਿਕਾਣਾ ਹੁੰਦਾ ਹੈ। ਉਹਨਾਂ ਨੂੰ ਖਾਣ ਵਾਸਤੇ ਉਹਨਾਂ ਦੀ ਖੁਰਾਕ ਮਿਲਦੀ ਹੈ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਮਾਨੋ ਗੁਰਮੁਖ ਰੂਪੀ ਹੰਸਾਂ ਵਾਸਤੇ ਇਹ ਮਾਨ ਸਰੋਵਰ ਤਿਆਰ ਕਰ ਦਿੱਤਾ ਹੈ। ਗੁਰਮੁਖ ਇਸ ਮਾਨ ਸਰੋਵਰ ਦੇ ਵਿੱਚੋਂ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੈ ਤਿਨ ਹੱਥ ਚੜਿਆ ਰਾਮ। ਜਾਂ ਆਪਾਂ ਇਉਂ ਕਹਿ ਲਈਏ ਕਿ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦਾ ਮਾਨੋ ਇਹ ਮਾਨ ਸਰੋਵਰ ਹੈ। ਇਹ ਗੁਰਬਾਣੀ ਇਸ ਮਾਨ ਸਰੋਵਰ ਦੀ ਸ਼ੋਭਾ ਹੈ। ਮਾਨਸ ਵਿਤੰਸਨੀ ਮਾਨੋ ਉਸ ਮਾਨ ਸਰੋਵਰ ਦਾ ਗਹਿਣਾ ਹੈ। ਕਿਦੋਂ ਜੈ ਹੰਸਨੀ ਸੀ ਮਾਨਸ ਵਿਤੰਸਨੀ ਸੀ, ਗੁਣੀਨ ਪ੍ਰਸ਼ੰਸਨੀ ਸਰਬ ਜਗ ਜਾਨੀ ਹੈ। ਗੁਣੀਆਂ ਦੁਆਰਾ, ਵਿਦਵਾਨਾਂ ਦੁਆਰਾ ਇਸ ਗੁਰਬਾਣੀ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਹ ਸਾਧ ਸੰਗਤ ਜਿਨ੍ਹਾਂ ਨੇ ਗੁਰਬਾਣੀ ਦਾ ਅਧਿਐਨ ਕੀਤਾ ਹੈ, ਉਹ ਭਾਵੇਂ ਸਿੱਖ ਵਿਦਵਾਨ ਸਨ, ਭਾਵੇਂ ਗੈਰ ਸਿੱਖ ਵਿਦਵਾਨ ਸਨ, ਸਭਨਾਂ ਨੇ ਜਿਹੜੀ ਗੁਰਬਾਣੀ ਦੀ ਵਡਿਆਈ ਔਰ ਗੁਰਬਾਣੀ ਦੀ ਮਹਿਮਾ ਨੂੰ ਕਬੂਲਿਆ ਹੈ। ਸਭਨਾਂ ਨੇ ਗੁਰਬਾਣੀ ਦੀ ਸਿਫਤ ਹੀ ਕੀਤੀ ਹੈ। ਇਸ ਸੰਸਾਰ ਦਾ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹੜਾ ਕੇਵਲ ਉਸ ਧਰਮ ਦੇ ਪੈਰੋਕਾਰਾਂ ਵਾਸਤੇ ਹੀ ਨਹੀਂ, ਬਲਕਿ ਸਮੁੱਚੀ ਮਾਨਵਤਾ, ਸਮੁੱਚੀ ਮਨੁੱਖਤਾ ਵਾਸਤੇ ਇੱਕ ਪ੍ਰੇਰਨਾ ਦਾ ਸਰੋਤ ਹੈ। ਉਹ ਸਾਧ ਸੰਗਤ ਇੱਕ ਵਾਰ ਕਹਿੰਦੇ ਹਿੰਦੁਸਤਾਨ ਦਾ ਇੱਕ ਬਹੁਤ ਉੱਚ ਕੋਟੀ ਦਾ ਵਿਦਵਾਨ ਹੋਇਆ, ਬੰਗਾਲੀ ਸੀ ਉਹ, ਰਵਿੰਦਰਨਾਥ ਟੈਗੋਰ। ਕਹਿੰਦੇ ਉਸਨੇ ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਆਰਤੀ ਵਾਲਾ ਸ਼ਬਦ ਪੜਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਦੋ ਪਵਨ ਚਾਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਜਦੋਂ ਇਸ ਸ਼ਬਦ ਦੀ ਬਾਬਤ ਉਸਨੇ ਵਿਚਾਰ ਕੀਤੀ, ਗਹਿਰਾਈ ਤੱਕ ਇਹਦਾ ਅਧਿਐਨ ਕੀਤਾ, ਫਿਰ ਉਹ ਇਸ ਨਤੀਜੇ ਉੱਪਰ ਪਹੁੰਚਿਆ ਵੀ ਜੇ ਸਾਰੇ ਸੰਸਾਰ ਨੂੰ ਮਿਲਾ ਕੇ ਇੱਕ ਮੁਲਕ ਬਣਾ ਦਿੱਤਾ ਜਾਵੇ ਨਾ, ਫਿਰ ਉਹ ਸਾਰੇ ਸੰਸਾਰ ਦੀ ਕੋਈ ਸਾਂਝੀ ਐਂਥਮ ਤਿਆਰ ਕਰਨੀ ਹੋਵੇ, ਉਹਦੇ ਵਾਸਤੇ ਜਿਹੜਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਆਰਤੀ ਦਾ ਸ਼ਬਦ ਹੈ, ਇਹਦੇ ਨਾਲ ਵਧੀਆ ਐਂਥਮ ਹੋਰ ਕੋਈ ਹੋ ਨਹੀਂ ਸਕਦੀ।
हाँ, गुणियां द्वारा भी, विद्वाना द्वारा भी इसकी प्रशंसा की गई है। गुणीन प्रशंसनी सर्व जग जानी है। गुरबाणी की वडियाई अज सारे संसार ते विदित हो चुकी है। गुरबाणी का प्रकाश अज संसार के कोने कोने में फैल चुका है। गुरबाणी इस जग में चानन कर्म वसै मन आए। गुरबाणी वरती जग अंतर, इस बाणी ते हर नाम पाएंदा। किदों यह हंसनी सी मानस वितंसनी है, गुनीन प्रशंसनी सर्व जग जानी है। किदों चंद चांदनी मोह काम मंदनी है। और किते ये मानो कि ऐसा प्रकाश है, किते प्रकाश तपस वाला होया करता है। वो सार संगत एक प्रकाश शीतलता देने वाला होता है। सूरज का प्रकाश तपस वाला मन्निया गया है, और जिहड़ी चंद्रमा की चांदनी है, चंद्रमा का प्रकाश इसनूं शीतलता वाला मन्निया जाता है। गुरबाणी मोह की जिहड़ी तपश है ना, इसनूं दूर करने वाली रोशनी है, शीतलता वाली रोशनी। किदों चंद चांदनी सी मोह काम मंदनी है। हृदय की आनंदनी, हृदय नूं आनंद देने वाली है। हृदय नूं शांति सुकून देने वाली है। हृदय की आनंदनी सदैव सुखदानी है, सदा ही सुख देने वाली है। अखीर दे विच भाई संतोख सिंह जी कथन करते ने, प्रेम पटरानी सियानी ज्ञान की जनन जानी। सार संगत परमात्मा का अकाल पुरख वाहिगुरू का जिहड़ा वास्तव स्वरूप है ना, जिसनों सतचित आनंद भी कहा गया है। पर जे परमात्मा की व्याख्या किसी को कहा जाए ना, भी एक लफ्ज दे विच बयान करनी होवे जिहड़ा परमात्मा का स्वरूप है, वो लफ्ज किहड़ा है? गुरबाणी दे विच एक वचन आउंदा है, आपे प्रीतम प्रेम प्यार। वो लफ्ज है प्रेम। अंग्रेजी की एक कहावत भी है, लव इज गॉड, कि प्यार ही परमात्मा है। उस प्रेम रूपी परमात्मा की मानो ये पटरानी है। ज्ञान रूपी पुत्र नूं जन्म देने वाली है। प्रेम पटरानी सियानी ज्ञान की जनन जानी। अगे भाई साहब जी कथन करते हैं, गुनी भनी बानी जिहड़ी होर गुणवान पुरुषां ने अपनी रचना परमात्मा की अकाल पुरख वाहिगुरू की सिफत विच उचारण की है। गुनी भनी बानी ताकि गुरु गुरबाणी है। जिहड़ी गुरबाणी उन्हां बाणियां दी भी गुरु है, उन्हां विचों सिरमौर है। बाणी तां गाव हो गुरु केरी, बाणियां सिर बाणी। हाँ तां ते सार संगत ध्यान दिओ, भाई गुरदास जी ने भावें इत्थे उन्हां महापुरखां दी रचना नूं भी गुरबाणी की संज्ञा दिती है, पर उन्हां दा मनोरथ इस आर श्री गुरु ग्रंथ साहिब जी महाराज की पवित्र बाणी की उन्हां रचनावां दे नाल तुलना करन दा नहीं। उत्ते उन्हां दे हिरदे की विशालता है। वो रचना जिहदे विच परमात्मा की अकाल पुरख वाहिगुरू की सिफत होवे, और जिहड़ा उस रचना का परमेश्वर की सिफत विच उचारण कीते उन्हां भजनां दा गायन करे, जिथे एकत्र होके जग्यासू जन परमात्मा की सिफत का गायन करन। उन्हां दे समूह, उन्हां दी एकत्रता, उन्हां दे हुजूम, उन्हां दे इकट्ठ नूं भाई गुरदास जी ने सार संगत की संज्ञा दी है। और जिहड़ी वो परमात्मा की अकाल पुरख वाहिगुरू की सिफत है, उसनूं भाई साहब जी ने गुरबाणी की संज्ञा दी है। प्यारे जी रानी राणे
ਨਾਸਤਿਕ ਖਿਆਲਾਂ ਦਾ ਹੈ, ਪਰ ਜਿਹੜੀ ਇਸ ਦੀ ਰਾਣੀ ਇਸ ਦੇ ਘਰ ਆਈ ਹੈ, ਇਸ ਨੂੰ ਪਿੱਛੇ ਆਪਣੇ ਪਿਓਕੇ ਘਰ ਤੋਂ ਹੀ ਸਾਧ ਸੰਗਤ ਵਿੱਚ ਜਾਣ ਦਾ, ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸੁਣਨ ਦਾ ਸ਼ੌਕ ਹੈ, ਸੁਭਾਅ ਬਣ ਗਿਆ ਹੈ। ਜਦੋਂ ਇਸ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਰਾਜੇ ਨੇ ਤੇ ਭਾਵੇਂ ਮਨਾਹੀ ਕਰ ਦਿੱਤੀ ਹੈ, ਪਰ ਜਿਨ੍ਹਾਂ ਨੂੰ ਸ਼ੌਕ ਹੈ ਪ੍ਰਮਾਤਮਾ ਦੀ ਸਿਫਤ ਕਰਨ ਦਾ, ਫਲਾਣੇ ਨੂੰ ਧਰਮਸ਼ਾਲਾ ਵਿੱਚ ਇਕੱਤਰ ਹੁੰਦੇ ਨੇ, ਇਹਨੇ ਉੱਥੇ ਰੋਜ਼ਾਨਾ ਜਾ ਕੇ ਪ੍ਰਮਾਤਮਾ ਦੀ ਸਿਫਤ ਸੁਣਨੀ ਸ਼ੁਰੂ ਕਰ ਦਿੱਤੀ। ਸਾਧ ਸੰਗਤ ਮਿਲਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ। ਇਹ ਪ੍ਰਕਰਨ ਬਹੁਤ ਲੰਮਾ, ਆਪਾਂ ਬਹੁਤ ਸੰਖੇਪ ਵਿੱਚ ਹੀ ਅਰਥ ਕਰ ਦੇਣੀ ਹੈ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸਣਾ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਇੱਕ ਦਿਨ ਰਾਜੇ ਨੂੰ ਬਾਅਦ ਵਿੱਚ ਜਾਗ ਆ ਗਈ, ਜਦੋਂ ਦੇਖਿਆ ਵੀ ਰਾਣੀ ਤੇ ਮਹਿਲਾਂ ਵਿੱਚ ਹੈ ਨਹੀਂ। ਹੋਰ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ, ਕਿਤੇ ਹੋਰ ਰਾਤੀ ਸਾਵਧਾਨ ਰਿਹਾ। ਜਦੋਂ ਰਾਣੀ ਉੱਠ ਕੇ ਇਸ਼ਨਾਨ ਆਦਿ ਕਰਕੇ ਕਿਸੇ ਦਾਸੀ ਨੂੰ ਗੋਦੀ ਨੂੰ ਨਾਲ ਲੈ ਕੇ ਚੱਲ ਪਈ ਉਸ ਧਰਮਸ਼ਾਲਾ ਵੱਲ ਨੂੰ, ਰਾਜਾ ਵੀ ਪਿੱਛੇ ਹੀ ਚੱਲ ਪਿਆ। ਹੋਰ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ, ਰਾਣੀ ਬਹੁਤ ਹੀ ਸੰਗਤੀ। ਰਾਣੀ ਉਸ ਧਰਮਸ਼ਾਲਾ ਵਿੱਚ ਪਹੁੰਚ ਗਈ, ਜਾ ਕੇ ਹਰੀ ਜਸ ਹਰੀ ਕੀਰਤਨ ਸੁਣਨਾ ਸ਼ੁਰੂ ਕਰ ਦਿੱਤਾ। ਰਾਜਾ ਵੀ ਗਿਆ ਉਸ ਧਰਮਸ਼ਾਲਾ ਦੇ ਵਿੱਚ। ਉਹ ਸਾਧ ਸੰਗਤ ਕੁਦਰਤੀ ਗੱਲ ਹੈ, ਕੋਈ ਬੰਦਾ ਗਰਮੀ ਦਾ ਸਤਾਇਆ ਹੋਵੇ, ਕਿਸੇ ਏਅਰ ਕੰਡੀਸ਼ਨ ਕਮਰੇ ਵਿੱਚ ਆ ਕੇ ਬੈਠ ਜਾਵੇ, ਉਸਨੂੰ ਗਰਮੀ ਤੋਂ ਰਾਹਤ ਤੇ ਮਿਲਣੀ ਹੀ ਹੈ, ਉਸਨੂੰ ਗਰਮੀ ਤੋਂ ਚੈਨ ਤੇ ਪ੍ਰਾਪਤ ਹੋਣੀ ਹੀ ਹੋਣੀ ਹੈ। ਉਹ ਸਾਧ ਸੰਗਤ ਜਿਹੜਾ ਸੰਸਾਰ ਈਰਖਾ ਤ੍ਰਿਸ਼ਨਾ ਚਿੰਤਾ ਦੀ ਅੱਗ ਵਿੱਚ ਸੜਦਾ ਬਲਦਾ, ਜਦੋਂ ਕੋਈ ਐਸਾ ਸਬਬ, ਕੋਈ ਐਸਾ ਕਾਰਨ ਬਣ ਜਾਵੇ, ਪੂਰੇ ਪੁੰਨ ਕਰਮਾਂ ਦਾ ਫਲ ਉਸਨੂੰ ਸਾਧ ਸੰਗਤ ਮੁਅੱਸਰ ਹੋ ਜਾਵੇ, ਹੁਣ ਸਾਧ ਸੰਗਤ ਵਿੱਚ ਆ ਕੇ ਤੇ ਸ਼ਾਂਤੀ ਔਰ ਸੁਖ ਪ੍ਰਾਪਤ ਹੋਣਾ ਹੀ ਹੋਣਾ ਹੈ। ਤੇ ਸਾਧ ਸੰਗਤ ਦੀ ਖਸਲਤ ਹੈ, ਸਾਧ ਜਨਾਂ ਕੈ ਸੰਗ ਬਸਤ ਸੁਖ ਸਹਿਜ ਵਿਸਰਾਮ। ਮਨ ਨੂੰ ਚੈਨ ਤੇ ਮਿਲਿਆ, ਪਰ ਸੁਭਾਅ ਨਹੀਂ ਸੀ। ਥੋੜੀ ਦੇਰ ਬੈਠਿਆ, ਫਿਰ ਉਸ ਧਰਮਸ਼ਾਲਾ ਤੋਂ ਉੱਠ ਕੇ ਬਾਹਰ ਆ ਗਿਆ। ਇਹਨੇ ਕੀਤਾ ਕੀ ਸ਼ਰਾਰਤ ਕੀਤੀ, ਰਾਣੀ ਦੇ ਜੋੜਿਆਂ ਦਾ, ਉਸਦੇ ਜੁੱਤਿਆਂ ਦਾ ਇੱਕ ਪੈਰ ਰਾਜੇ ਖੜੀ ਖੜਾਮ ਨਿਸ਼ਾਨੀ। ਬਹੁਤ ਸਾਰੇ ਵਿਦਵਾਨ, ਉਹਨਾਂ ਦਾ ਇਹ ਮਤ ਹੈ ਕਿ ਉਹਨਾਂ ਸਮੇਂ ਵਿੱਚ ਲੋਕੀ ਜਦੋਂ ਹਰੀ ਜਸ ਹਰੀ ਕੀਰਤਨ ਸੁਣਨ ਵਾਸਤੇ ਜਾਇਆ ਕਰਦੇ, ਜੁੱਤੇ ਪਾ ਕੇ ਨਹੀਂ ਸਨ ਜਾਂਦੇ, ਖੜਾਮਾਂ ਪਾ ਕੇ ਜਾਂਦੇ ਸਨ। ਇਸਨੇ ਰਾਣੀ ਦੀ ਖੜਾਮ ਜਾਂ ਉਸਦਾ ਜੁੱਤਾ ਪਹਿਚਾਣ ਲਿਆ, ਇੱਕ ਉੱਥੇ ਹੀ ਪਿਆ ਰਹਿਣ ਦਿੱਤਾ, ਦੂਸਰਾ ਚੁੱਕ ਲਿਆ। ਜਦੋਂ ਇੱਧਰ ਦੀਵਾਨ ਦੀ ਸਮਾਪਤੀ ਹੋਈ, ਭੋਗ ਪਿਆ, ਰਾਣੀ ਨੇ ਬਾਹਰ ਆ ਕੇ ਦੇਖਿਆ ਕਿ ਮੇਰੇ ਜੁੱਤੇ ਦਾ ਇੱਕ ਪੈਰ ਗੁੰਮ ਹੈ। ਜੇ ਕਿਸੇ ਨੇ ਚੋਰੀ ਕਰਨਾ ਹੁੰਦਾ ਦੋਵੇਂ ਹੀ ਲੈ ਜਾਂਦਾ, ਜਿਹੜਾ ਇੱਕ ਚੁੱਕਿਆ ਜ਼ਰੂਰ ਕਿਸੇ ਨੇ ਸ਼ਰਾਰਤ ਕੀਤੀ ਹੈ। ਕਿਤੇ ਐਸਾ ਨਾ ਹੋਵੇ ਵੀ ਇਸ ਬਹਾਨੇ ਰਾਜੇ ਨੂੰ ਮੇਰੀ ਚੋਰੀ ਦਾ ਪਤਾ ਲੱਗ ਜਾਵੇ। ਜਿਹੜੀ ਸਾਧ ਸੰਗਤ ਇੱਥੇ ਰੋਜ਼ ਇਕੱਤਰ ਹੋ ਕੇ ਪ੍ਰਮਾਤਮਾ ਦੀ ਸਿਫਤ ਸੁਣਦੀ ਹੈ, ਜੇ ਰਾਜੇ ਨੇ ਧਰਮਸ਼ਾਲਾ ਵੀ ਬੰਦ ਕਰਵਾ ਦਿੱਤੀ, ਇਸ ਗੱਲ ਦਾ ਦੋਸ਼ ਤੇ ਮੈਨੂੰ ਲੱਗੇਗਾ। ਉਸਨੇ ਜਾ ਕੇ ਉਹਨਾਂ ਮਹਾਂਪੁਰਖਾਂ ਦੇ ਪਾਸ ਜਿਹੜੇ ਹਰੀ ਜਸ ਹਰੀ ਕੀਰਤਨ ਕਰਦੇ ਸਨ, ਜਾ ਕੇ ਸਾਰੀ ਗੱਲ ਦੱਸੀ ਕਿ ਮਹਾਰਾਜ ਕੋਈ ਐਸਾ ਯਤਨ, ਕੋਈ ਐਸਾ ਉਪਾਅ ਕਰੋ ਕਿ ਮੈਨੂੰ ਇਸ ਗੱਲ ਦਾ ਦੋਸ਼ ਨਾ ਲੱਗੇ, ਧਰਮਸ਼ਾਲਾ ਬੰਦ ਨਾ ਹੋਵੇ, ਇਹ ਕਥਾ ਕੀਰਤਨ ਦਾ ਪ੍ਰਵਾਹ ਇਸੇ ਤਰ੍ਹਾਂ ਚੱਲਦਾ ਰਹੇ, ਮੇਰਾ ਗੁੰਮ ਹੋਇਆ ਜੁੱਤਾ ਉਹ ਸਹੀ ਸਲਾਮਤ ਹੋ ਜਾਵੇ, ਜਿਹੜੀ ਇੱਕ ਬਾਂਹ ਗੁੰਮ ਹੋਈ ਹੈ। ਉਹਨਾਂ ਨੇ ਕੀ ਵਿਚਾਰ ਕੀਤੀ ਆਪਸ ਵਿੱਚ,
फैसला यह किया भी आप सारे एकत्र होकर अपने मालक अपने प्रभु अपने इष्ट के चरणों च अरदास बेनती करिए। सार संगत आराध्या, फिर अरदास का फल खुदा मंजूर करता है। दुआ जब दिल से होती है, मगर मुश्किल ये है, ये बड़ी मुश्किल से होती है। सार संगत ने जुड़ मिल के एकत्र होकर परमात्मा के चरणों च अरदास बेनती की। सार संगत आराध्या जोड़ी जुड़ी खड़ाम पुरानी, उन्होंने अरदास कबूल हो गई। बिरती कदे ना हो गई जन की अरदास, नानक जोर गोबिंद का पूर्ण गुणतास। राणी ने उन्होंने महापुरुषों का शुकराना किया, उन्होंने आसीस लई, जुत्ता पहन के वापस आ गई। जदों दिन चढ़े राजे ने देखिया भी मैं ते राणी दे जुत्ते दी पांग चुक लिया सी, किवें सही सलामत हो गया। जिथे छुपा के रखिया सी उत्थे जाके देखिया उत्थे भी उस तरह पिया है। ਇਹਦਾ मन चक्रित हो गया। राणी ਨੂੰ ਕਹਿਣ ਲੱਗਿਆ ਵੀ ਸੱਚ ਦੱਸ ਵੀ ਕੀ ਖੇਡ ਵਰਤੀ ਹੈ। ਰਾਣੀ ਕਹਿਣ ਲੱਗੀ ਵੀ ਤੈਨੂੰ ਹੁਣ ਤੇ ਪਤਾ ਲੱਗ ਹੀ ਗਿਆ ਹੋਵੇਗਾ ਵੀ ਜੇ ਸਾਰ ਸੰਗਤ ਨੂੰ ਇੱਕ ਹੌਸਲਾ ਕਹਿੰਦਾ ਹੈ, ਜਿਹੜੀ ਸਾਰ ਸੰਗਤ ਤੇਰੀ ਦ੍ਰਿਸ਼ਟੀ ਵਿੱਚ ਵਿਹਲੜ ਬੰਦਿਆਂ ਦਾ ਇਕੱਠ ਹੈ, ਇਹ ਉਸੇ ਸਾਰ ਸੰਗਤ ਦੀ ਬਖਸ਼ਿਸ਼, ਸਾਰ ਸੰਗਤ ਦੀ ਕਿਰਪਾ ਹੈ। ਉਹ ਸਾਰ ਸੰਗਤ ਇਸ ਘਟਨਾ ਦਾ ਰਾਜੇ ਦੇ ਮਨ ਤੇ ਐਸਾ ਪ੍ਰਭਾਵ ਪਿਆ, इसने आप रोजाना उस धर्मशाला में जाना शुरू कर देता। आप जाके रोजाना कथा कीर्तन सुनना शुरू कर देता। ਇਹਦੀ ਜ਼ਿੰਦਗੀ ਦੇ ਵਿੱਚ ਵੀ ਤਬਦੀਲੀ ਆ ਗਈ। ਉਹੀ ਰਾਜਾ ਹਰੀਚੰਦ ਜਿਹੜਾ ਪਹਿਲਾਂ ਨਾਸਤਿਕ ਖਿਆਲਾਂ ਦਾ ਸੀ, ਇਤਨਾ ਧਰਮਾਤਮਾ ਔਰ ਸਤਵਾਦੀ ਬਣ ਗਿਆ। ਅੱਜ ਤੱਕ ਲੋਕ ਉਸ ਦੀਆਂ ਗਾਥਾਵਾਂ ਬੜੀ ਸ਼ਰਧਾ ਔਰ ਬੜੇ ਪ੍ਰੇਮ ਨਾਲ ਪੜ੍ਹਦੇ ਸੁਣਦੇ ਨੇ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ कि मैं ऐसे साध संगत तो बलिहार सदके जाना, साध संगत विटों कुर्बानी। ਆਪਾਂ ਸਾਧ ਸੰਗਤ ਦੀ ਗੱਲ ਕਰ ਰਹੇ ਹਾਂ ਕਿ ਇਹਦੀ ਵਡਿਆਈ ਪਹਿਲੀਆਂ ਯੁੱਗਾਂ ਵਿੱਚ ਵੀ ਸੀ, ਪਰ ਸਾਡੇ ਗੁਰੂ ਸਾਹਿਬਾਨ ਨੇ ਸਿਰਫ ਦੋ ਗੱਲਾਂ ਹੀ ਰੱਖੀਆਂ ਨੇ ਕਲਿਆਣ ਦਾ ਸਾਧਨ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। एक सार संगत विच प्रवृत्ति और दूसरा परमेश्वर का अकाल पुरख वाहिगुरू का नाम। हाँ, गुरु नानक देव जी महाराज ने जिथों आप प्रकरण शुरू किया सी, हुण साडे कलयुगी जीवां दे उपर इतनी वड्डी बख्शिश कीती, उन्हां नूं सार संगत दी वडियाई दृढ़ करवाई। सार संगत का जोड़ मेल गुरु बाबा जी ने जिथे किते भी जाना संगतां नूं गुरमत दृढ़ करवाउणी। उत्थों रुखसत होण वेले हुक्म करना भी इत्थे धर्मशाला बनाओ, कथा कीर्तन दा प्रवाह जारी करो, आए गए अभ्यागत अतिथि की सेवा करो, भुखे नूं प्रसाद नगर नूं वस्त्र दिओ। ये धर्मशाला एक गुरमत का केंद्र बन जाए। इत्थे महापुरुखां दीआं मंडलियां आउण, संगतां नूं सेध मिले परमार्थ वाले पासे दी। घर घर अंदर धर्मशाला वाली गल हो गई, जिथे चारे पासे नफरत का धर्म का बोलबाला सी। हुण साहिब गुरु नानक देव जी महाराज के प्रगट होने के नाल सतगुरु नानक प्रगटिया, पापां की धुंध मिट गई, मिट्टी धुंध जग चानन होया, संसार ते ज्ञान का प्रकाश हो गया। जिवें ज्यों कर सूरज निकलिया तारे छपे अंधेर पलोआ। जिवें सूरज के निकलण दे नाल टिमटिमाउंदे तारे अलोप हो जाते ने, हनेरा दूर हो जाता है। साहिब गुरु नानक देव जी महाराज का पवित्र उपदेश, उन्होंने ज्ञान की ऐसी गर्ज, सिंह बुके मृगावली भन्नी जाए ना धीर धरोआ। जिस तरह शेर जंगल में शेर गजदा है ना, मिर्गां नूं भजना पै जांदियां ने। जिथे साहिब गुरु नानक देव जी महाराज की पवित्र बाणी, उन्होंने उपदेश, उन्होंने ज्ञान की गर्ज फिर होर किसी की पेश ही ना जाती। जिथे बाबा पैर धरे पूजा आसन थापण सोवा। जिस जगह ਨੂੰ ਵੀ ਉਹਨਾਂ ਨੇ ਆਪਣੀ ਚਰਨ ਛੋਹ ਬਖਸ਼ ਦਿੱਤੀ, ਉਹ ਜਗ੍ਹਾ ਹੀ ਪੂਜਣ ਯੋਗ ਬਣਾ ਦਿੱਤੀ। ਜਿਹੜੇ ਠਿਕਾਣੇ ਪਹਿਲਾਂ ਹੋਰਨਾਂ ਦੇ ਨਾਵਾਂ ਨਾਲ ਪ੍ਰਸਿੱਧ ਸਨ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਗਏ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਇੱਕ ਦ੍ਰਿਸ਼ਟਾਂਤ ਦਿੱਤਾ ਇੱਥੇ ਭਾਈ ਗੁਰਦਾਸ ਜੀ ਨੇ, सिद्ध आसन सब जगत दे नानक आद मते जे को। एक ठिकाना पहला गोरख मता नाम करके जानिया जाता सी, पर जब साहिब गुरु नानक देव जी महाराज ने उत्थे अपने मुबारक चरण पाए, जिस संसार ते नानक मता करके प्रसिद्ध है। हाँ, सिद्ध आसन सब जगत दे नानक आद मते जे कोआ।
ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ ਨਾਉ, ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਘਰ ਘਰ ਮਾਨੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਥਾ ਦੇ ਕੀਰਤਨ ਦੇ ਪ੍ਰਵਾਹ ਜਾਰੀ ਕਰ ਦਿੱਤੇ। ਇਉਂ ਸਤ ਸੰਗਤ ਦੀ ਰੀਤ ਚਲਾ ਦਿੱਤੀ। ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਨੋ ਅੰਮ੍ਰਿਤ ਦੀ ਗੰਗਾ ਵਹਾ ਦਿੱਤੀ, ਇਹ ਸਾਧ ਸੰਗਤ ਦੀ ਵਡਿਆਈ ਪ੍ਰਗਟ ਕਰਕੇ। ਭਗਤ ਹੇਤ ਸਰਤਾ ਵਿਸਤਾਰਨ, ਨਾਨਕ ਰਾਏ ਜਗਤ ਨਿਸਤਾਰਨ। ਇਹ ਭਗਤੀ ਦੀ ਮਨੋ ਨਦੀ, ਭਗਤੀ ਦਾ ਦਰਿਆ ਸੁਥਲ ਭਲੋ, ਇਹਦਾ ਠਿਕਾਣਾ ਇਹ ਕਿੱਥੇ ਵਗਦਾ ਹੈ? ਉਹ ਸਾਧ ਸੰਗਤ ਪਾਣੀ ਇਹ ਕਿੱਧਰ ਨੂੰ ਜਾਂਦਾ ਹੈ? ਇਹ ਕੁਦਰਤ ਦਾ ਇੱਕ ਨਿਯਮ ਹੈ, ਪਾਣੀ ਚੱਲਦਾ ਹੈ ਨਿਵਾਣ ਨੂੰ। ਜਿਹੜੀ ਭਗਤੀ ਦੀ ਨਦੀ ਹੈ ਦਾ ਪ੍ਰਵਾਹ ਕਿਹੜੇ ਪਾਸੇ ਨੂੰ ਚੱਲੇਗਾ? ਜਿੱਧਰ ਨਿਮਰਤਾ ਹੋਵੇਗੀ, ਜਿਸ ਪਾਸੇ ਮਨ ਨੀਵਾ ਹੋਵੇਗਾ, ਮਨ ਵਿੱਚ ਗਰੀਬੀ ਹੋਵੇਗੀ। ਆਓ ਸਾਰ ਸੰਗਤ ਇੱਥੋਂ ਅੱਗੇ ਪ੍ਰਕਰਨ ਹੁਣ ਆਪਾਂ ਕੱਲ ਸ਼ੁਰੂ ਕਰਾਂਗੇ ਕਿ ਕਿਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਤੇ ਇਹ ਸਤ ਸੰਗਤ ਦੀ ਵਡਿਆਈ ਦ੍ਰਿੜ ਕਰਵਾਈ। ਇਹ ਭਗਤੀ ਰੂਪੀ ਨਦੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਗਾ ਦਿੱਤੀ ਸੰਸਾਰ ਦੇ ਜੀਵਾਂ ਦੀ ਤਪਸ਼ ਦੂਰ ਕਰਨ ਵਾਸਤੇ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰੂ ਕਮਾਈ ਭਾਈ। ਹੁਣ ਸ੍ਰੀ ਅਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ। ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਫਿਰ ਪ੍ਰੇਮ ਨਾਲ ਆਪਣੇ ਘਰਾਂ ਨੂੰ ਚੱਲਦੇ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਅਬ ਦੋ ਤੰਗਾਵੋ ਹਰੀ ਤੇਰਾ, ਮਨ ਜਿਨੀ ਵਸਾਇਆ। ਨਾਮ ਮੇਰਾ ਆਧਾਰੋ, ਨਾਮ ਮੇਰਾ ਆਧਾਰ ਮੇਰਾ, ਦੁਖਾਂ ਸਭ ਲਾਈਆਂ। ਨਾਨਕ ਸੁਣੋ ਸਭ ਸਭ ਕਰੋ ਪਿਆਰੋ। ਅੰਤਮ ਮੋਟ
ਧਨ ਹੈ ਗੁਰੂ ਨਾਨਕ ਸਾਹਿਬ ਧਨ
ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।